ਜੀ ਸਾਰਿਆਂ ਨੂੰ ਅੱਜ ਫਿਰ ਤੁਹਾਡੇ ਆਪਣੇ ਚੈਨਲ ਪੰਜਾਬ ਐਜੂਕੇਸ਼ਨ 'ਤੇ ਸਵਾਗਤ ਹੈ। ਅੱਜ ਅਸੀਂ ਸਿਵਿਕਸ ਦਾ ਚੈਪਟਰ ਨੰਬਰ 5 ਪੜ੍ਹਾਂਗੇ, ਜਿਸ ਦਾ ਨਾਮ ਹੈ ਡੈਮੋਕ੍ਰੇਸੀ ਯਾਨੀ ਕਿ ਲੋਕਤੰਤਰ। ਤਾਂ ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਵੈਰੀ ਸ਼ਾਰਟ ਆਨਸਰ ਟਾਈਪ ਕੁਐਸਚਨ ਪੜ੍ਹਾਂਗੇ, ਜਿਹਦੇ ਵਿੱਚ ਸਾਡਾ ਫਸਟ ਕੁਐਸਚਨ ਹੈ ਕਿ ਡੈਮੋਕ੍ਰੇਸੀ ਸ਼ਬਦ ਕਿਸ ਤੋਂ ਬਣਿਆ। ਤਾਂ ਇਸ ਦਾ ਆਨਸਰ ਹੈ ਜੀ ਗ੍ਰੀਕ ਭਾਸ਼ਾ ਦੇ ਦੋ ਸ਼ਬਦਾਂ ਡੈਮੋਸ ਅਤੇ ਕ੍ਰੇਤੀਆ ਤੋਂ ਬਣਿਆ। ਡੈਮੋ ਦਾ ਅਰਥ ਹੈ ਲੋਕ ਅਤੇ ਕ੍ਰੇਤੀਆ ਦਾ ਅਰਥ ਹੈ ਸ਼ਾਸਨ, ਕਿ ਲੋਕਾਂ ਦਾ ਸ਼ਾਸਨ। ਅਗਲਾ ਕੁਐਸਚਨ ਹੈ ਕਿ ਲੋਕਤੰਤਰ ਤੋਂ ਕੀ ਭਾਵ ਹੈ। ਤਾਂ ਇਸ ਤੋਂ ਭਾਵ ਹੈ ਕਿ ਜਨਤਾ ਦਾ ਜਨਤਾ ਲਈ ਸ਼ਾਸਨ, ਕਿ ਭਾਰਤ ਆ ਜਿਹੜਾ ਉਹ ਇੱਕ ਲੋਕਤੰਤਰੀ ਦੇਸ਼ ਆ, ਜਿੱਥੇ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਆ। ਤਾਂ ਸਾਰੇ ਲੋਕ ਆਪਣੇ ਮਤ ਅਧਿਕਾਰ ਦਾ ਵਰਤੋਂ ਕਰਕੇ ਕੀ ਹੈਗਾ ਵੀ ਇੱਕ ਵਿਅਕਤੀ ਨੂੰ ਚੁਣਦੇ ਹੈਗੇ ਆ, ਜੋ ਸੱਤਾ ਦੇ ਵਿੱਚ ਆਉਂਦਾ ਹੈ ਅਤੇ ਜੋ ਦੇਸ਼ ਦਾ ਸ਼ਾਸਨ ਕਰਦਾ ਹੈ। ਅਗਲਾ ਹੈ ਜੀ ਕਿਹੜੇ ਮੁੱਦੇ 'ਤੇ ਜ਼ਿਆਦਾਤਰ ਲੋਕਤੰਤਰ ਸਰਕਾਰਾਂ ਅਸਫਲ ਹੋ ਚੁੱਕੀਆਂ ਹਨ। ਤਾਂ ਉਹ ਹੈ ਜੀ ਭ੍ਰਿਸ਼ਟਾਚਾਰ। ਨੈਕਸਟ ਹੈ ਲੋਕਤੰਤਰ ਦਾ ਮੁੱਢਲਾ ਸਾਰ ਕੀ ਹੈ। ਤਾਂ ਇਸ ਦਾ ਆਨਸਰ ਹੈ ਇਹ ਇੱਕ ਅਜਿਹੀ ਸਰਕਾਰ ਦਾ ਨਿਰਮਾਣ ਕਰਦੀ ਹੈ ਜੋ ਨਾਗਰਿਕਾਂ ਪ੍ਰਤੀ ਜਵਾਬਦੇਹ ਹੋਵੇ, ਲੋਕਾਂ ਦੀਆਂ ਲੋੜਾਂ ਪ੍ਰਤੀ ਜ਼ਿੰਮੇਵਾਰ ਹੋਵੇ ਅਤੇ ਉਹਨਾਂ ਦੀਆਂ ਇੱਛਾਵਾਂ 'ਤੇ ਖਰੀ ਉਤਰੇ। ਅਗਲਾ ਕੁਐਸਚਨ ਹੈ ਜੀ ਭਾਰਤੀ ਨਾਗਰਿਕ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਕੀ ਕੰਮ ਕਰ ਸਕਦੇ ਹਨ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਉਹ ਦੇਸ਼ ਭਗਤੀ ਦੀ ਭਾਵਨਾ ਰੱਖਣ, ਅਤੇ ਅਗਲਾ ਜ਼ਰੂਰੀ ਹੈ ਕਿ ਦੇਸ਼ ਦੇ ਜੋ ਵੀ ਫਰਜ਼ ਹੈਗੇ ਨੇ, ਜੋ ਵੀ ਸਾਡੇ ਕਰਤੱਵ ਨੇ, ਉਹਨਾਂ ਨੂੰ ਪੂਰਾ ਕਰਨਾ। ਅਗਲਾ ਕੁਐਸਚਨ ਹੈ ਕਿ ਲੋਕਤੰਤਰ ਲਈ ਮੁੱਖ ਚੁਣੌਤੀਆਂ ਕਿਹੜੀਆਂ ਹਨ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣੀਆਂ। ਠੀਕ ਹੈ ਜੀ। ਜਨਤਾ ਦੀ ਜ਼ਿਆਦਾ ਭਾਗੀਦਾਰੀ ਜ਼ਰੂਰੀ ਹੈ। ਜਨਤਾ ਜਿਹੜੀ ਉਹ ਸਿੱਖਿਅਕ ਅਤੇ ਜਾਗਰੂਕ ਹੋਣੀ ਚਾਹੀਦੀ ਆ, ਅਤੇ ਜਨਤਾ ਆਪਣੇ ਪ੍ਰਤੀਨਿਧੀਆਂ ਦਾ ਉੱਤਰਦਾਈ ਹੋਣਾ, ਜਨਤਾ ਦੇ ਪ੍ਰਤੀਨਿਧੀਆਂ ਦਾ ਉੱਤਰਦਾਈ ਹੋਣਾ ਜ਼ਰੂਰੀ ਹੈ। ਅਗਲਾ ਕੁਐਸਚਨ ਹੈ ਸਾਡਾ ਕਿ ਨਾਗਰਿਕ ਅਧਿਕਾਰ ਆ ਜਿਹੜੇ ਉਹ ਕਿਹੜੇ ਨੇ। ਸਭ ਤੋਂ ਪਹਿਲਾਂ ਸਾਨੂੰ ਮੌਕੇ ਦੀ ਸਮਾਨਤਾ, ਨੰਬਰ 2 'ਤੇ ਸਾਨੂੰ ਪ੍ਰਗਟਾਵੇ ਦੀ ਸੁਤੰਤਰਤਾ, ਨੰਬਰ 3 'ਤੇ ਸਾਨੂੰ ਸਰੀਰ ਅਤੇ ਜੀਵਨ ਦੀ ਸੁਤੰਤਰਤਾ, ਨੰਬਰ 4 'ਤੇ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਆ। ਠੀਕ ਆ ਜੀ। ਨੈਕਸਟ ਹੈ ਕੋਈ ਦੋ ਰਾਜਨੀਤਿਕ ਅਧਿਕਾਰ ਦੱਸੋ। ਸਭ ਤੋਂ ਪਹਿਲਾਂ ਸਾਨੂੰ ਭਾਸ਼ਣ ਦੇਣ ਦੀ ਆਜ਼ਾਦੀ ਆ। ਨੈਕਸਟ ਹੈ ਕਾਨੂੰਨ ਦੇ ਸਾਹਮਣੇ ਸਾਨੂੰ ਸਮਾਨਤਾ, ਕਾਨੂੰਨ ਦੇ ਸਾਹਮਣੇ ਸਾਰੇ ਸਮਾਨ, ਕਿਸੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਭੇਦਭਾਵ ਨਹੀਂ ਕੀਤਾ ਜਾਂਦਾ। ਅਗਲਾ ਕੁਐਸਚਨ ਹੈ ਕਿ ਕਿਹੜੀ ਔਕੜ ਹਰ ਇੱਕ ਲੋਕਤੰਤਰ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਪੇਸ਼ ਆਉਂਦੀ ਹੈ। ਤਾਂ ਉਹ ਹੈ ਕਿ ਇਸ ਨੂੰ ਪਰਿਪੱਕ ਬਣਾਉਣ ਦੀ ਜਿਹੜੀ ਔਕੜ ਆਉਂਦੀ ਹੈ। ਨੈਕਸਟ ਹੈ ਜੀ ਸਮਾਜਿਕ ਅਧਿਕਾਰ ਕਿਹੜੇ ਹਨ। ਸਭ ਤੋਂ ਪਹਿਲਾਂ ਛੂਆ-ਛੂਤ ਆ ਜਿਹੜਾ ਉਹਦਾ ਖਾਤਮਾ ਹੋਣਾ ਚਾਹੀਦਾ ਹੈ। ਨੈਕਸਟ ਹੈ ਕਿ ਜਾਤੀ, ਲਿੰਗ, ਵੰਸ਼, ਧਰਮ ਦੇ ਆਧਾਰ 'ਤੇ ਕੋਈ ਵੀ ਭੇਦਭਾਵ ਆ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਅਗਲਾ ਹੈ ਕਿ ਸਰਵਜਨਕ ਥਾਵਾਂ 'ਤੇ ਸਾਰਿਆਂ ਦਾ ਬਰਾਬਰ ਅਧਿਕਾਰ ਹੋਣਾ ਚਾਹੀਦਾ ਹੈ। ਨੈਕਸਟ ਹੈ ਜੀ ਸਾਡੇ ਆਰਥਿਕ ਅਧਿਕਾਰ ਦੱਸੋ। ਤਾਂ ਜਿਹੜੇ ਸਾਡੇ ਆਰਥਿਕ ਅਧਿਕਾਰ ਆ ਉਹ ਇਹ ਹੈਗਾ ਕਿ ਸਾਰਿਆਂ ਨੂੰ ਨੌਕਰੀਆਂ ਦੇ ਵਿੱਚ ਮੌਕੇ ਦੀ ਸਮਾਨਤਾ ਦੇਣੀ ਚਾਹੀਦੀ, ਕਿਸੇ ਦੇ ਨਾਲ ਜਾਤ, ਧਰਮ, ਲਿੰਗ ਦੇ ਆਧਾਰ 'ਤੇ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ। ਨੈਕਸਟ ਨਿਯਮਾਂ ਦੇ ਤਹਿਤ ਕੋਈ ਵੀ ਕਿੱਤਾ ਕਰਨ ਦੀ ਵਿਅਕਤੀ ਨੂੰ ਆਜ਼ਾਦੀ ਹੈਗੀ ਹੈ। ਜ਼ਰੂਰੀ ਨਹੀਂ ਕਿ ਜੇਕਰ ਉਹ ਬ੍ਰਾਹਮਣ ਆ ਤਾਂ ਉਹ ਮੰਦਰਾਂ ਦੀ ਪੂਜਾ ਹੀ ਕਰੇਗਾ, ਜਾਂ ਜੇਕਰ ਉਹ SC ਕੋਟੇ ਨਾਲ ਸੰਬੰਧ ਰੱਖਦਾ ਤਾਂ ਉਹ ਲੇਬਰ ਦਾ ਕੰਮ ਹੀ ਕਰੇਗਾ। ਇਸ ਲਈ ਹਰੇਕ ਵਿਅਕਤੀ ਨੂੰ ਆਪਣੀ ਜਿਹੜੀ ਕੁਆਲੀਫਿਕੇਸ਼ਨ ਹੈ ਉਹਦੇ ਅਕੋਰਡਿੰਗ ਵੀ ਕੁਛ ਨਾ ਕੁਛ ਵੀ ਕਿੱਤਾ, ਜਾਣੀ ਕਿ ਕਹਿ ਸਕਦੇ ਹੋ ਕੋਈ ਵੀ ਨੌਕਰੀ ਪ੍ਰਾਪਤ ਕਰਨ ਦਾ ਅਧਿਕਾਰ ਹੈ। ਨੈਕਸਟ ਸੱਭਿਆਚਾਰਕ ਅਧਿਕਾਰ। ਸੱਭਿਆਚਾਰਕ ਅਧਿਕਾਰ ਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਹੈ ਕਿ ਸਾਨੂੰ ਆਪਣੀ ਭਾਸ਼ਾ, ਲਿਪੀ ਅਤੇ ਸੱਭਿਆਚਾਰ ਦੀ ਸੁਰੱਖਿਆ ਦਾ ਅਧਿਕਾਰ ਆ, ਅਤੇ ਕਿਸੇ ਵੀ ਧਰਮ ਨੂੰ ਮੰਨਣ ਦਾ ਅਧਿਕਾਰ ਹੈ। ਅੱਗੇ ਸਾਡੇ ਮਲਟੀਪਲ ਚੋਇਸ ਕੁਐਸਚਨ ਆ ਗਏ, ਜਿਹਦੇ ਵਿੱਚ ਸਾਡਾ ਫਸਟ ਕੁਐਸਚਨ ਹੈ ਕਿਸ ਕਾਰਨ ਭਾਰਤ ਨੂੰ ਇਕਾਤਮਕ ਅਤੇ ਸੰਘਾਤਮਕ ਰਾਜ ਕਿਹਾ ਜਾਂਦਾ ਹੈ। ਤਾਂ ਇਹਦੇ ਵਿੱਚ ਸਾਡਾ ਜੋ ਰਾਈਟ ਆਪਸ਼ਨ ਹੈ ਉਹ ਹੈ ਜੀ ਫਸਟ, ਪ੍ਰਾਂਤਾਂ ਅਤੇ ਕੇਂਦਰਾਂ ਦੀ ਸਰਵੋਤਮਤਾ ਅਤੇ ਇੱਕ ਨਾਗਰਿਕਤਾ ਕਰਕੇ। ਹੁਣ ਇਹਦੇ ਵਿੱਚ ਅਸੀਂ ਜਾਣ ਲੈਂਦੇ ਹਾਂ ਕਿ ਸਾਡਾ ਦੇਸ਼ ਆ ਜਿਹੜਾ ਵੀ ਉਹ ਇਕਾਤਮਕ ਕਿਵੇਂ ਆ ਅਤੇ ਸੰਘਾਤਮਕ ਕਿਵੇਂ ਆ। ਇਕਾਤਮਕਤਾ ਦਾ ਮਤਲਬ ਤਾਂ ਇਹ ਹੈ ਕਿ ਇੱਕ ਨਾਗਰਿਕਤਾ ਆ ਗਈ, ਵੀ ਅਸੀਂ ਭਾਰਤ ਦੇ ਨਾਗਰਿਕ ਹਾਂ, ਅਸੀਂ ਇਹ ਕਹਾਂਗੇ, ਜਾਣੀ ਕਿ ਸਾਡੇ ਸਟੇਟਾਂ ਦੀ ਅਤੇ ਜਿਹੜੀ ਸਾਡੀ ਮਤਲਬ ਕੰਟਰੀ ਹੈਗੀ ਆ, ਜਿਵੇਂ ਕਿ ਕਹਿ ਸਕਦੇ ਹਾਂ ਆਪਾਂ ਰਾਜਧਾਨੀ ਹੈ, ਉਹਦੀ ਮਤਲਬ ਅਲੱਗ-ਅਲੱਗ ਨਾਗਰਿਕਤਾ ਨਹੀਂ ਹੈ ਸਾਡੇ ਕੋਲ, ਸਿਰਫ ਇਕਹਿਰੀ ਨਾਗਰਿਕਤਾ ਹੈ। ਅਤੇ ਸੰਘਾਤਮਕ ਦਾ ਸਿਸਟਮ ਇਹ ਹੈ ਕਿ ਸਾਡਾ ਜਿਹੜਾ ਦੇਸ਼ ਆ ਉਹ ਸੰਘੀ ਢਾਂਚੇ ਦੇ ਅਕੋਰਡਿੰਗ ਚੱਲਦਾ, ਜਿਹੜਾ ਕਨੇਡਾ ਤੋਂ ਲਿਆ ਗਿਆ ਹੈਗਾ। ਤਾਂ ਇਹਦੇ ਵਿੱਚ ਕੀ ਹੈਗਾ, ਜਿਹੜਾ ਸੰਘੀ ਸਿਸਟਮ ਹੈ ਉਹ
ਇਹ ਹੈ ਕਿ ਜਿਹੜਾ ਮਤਲਬ ਸਾਡੀ ਰਾਜਧਾਨੀ ਆ ਉਹਦਾ ਅਲੱਗ ਸ਼ਾਸਨ ਆ ਅਤੇ ਜਿਹੜੀਆਂ ਸਾਡੀਆਂ 29 ਸਟੇਟਾਂ ਹੈਗੀਆਂ ਉਹਨਾਂ ਦਾ ਅਲੱਗ ਸ਼ਾਸਨ ਆ। ਉਹਨਾਂ ਦੇ ਜਿਹੜੇ ਮਤਲਬ ਅਲੱਗ, ਜਿਵੇਂ ਕਿ ਪ੍ਰਧਾਨ ਮੰਤਰੀ ਦੀ ਚੋਣ ਹੁੰਦੀ ਆ, ਵੱਖ ਵੱਖ ਸਟੇਟਾਂ ਦੇ ਵਿੱਚ ਮੁੱਖ ਮੰਤਰੀ ਹੁੰਦੇ ਨੇ ਜਿਹੜੇ ਕਿ ਸਟੇਟਾਂ ਨੂੰ ਕੰਟਰੋਲ ਕਰਦੇ ਨੇ। ਠੀਕ ਹੈ ਜੀ। ਅਗਲਾ ਕੁਸ਼ਚਨ ਹੈ ਕਿ ਹੇਠ ਲਿਖਿਆਂ ਵਿੱਚੋਂ ਭਾਰਤ ਦਾ ਨਾਗਰਿਕ ਬਣਨ ਦੇ ਲਈ ਜੋ ਜ਼ਰੂਰੀ ਨਹੀਂ ਹੈ ਉਹ ਹੈ ਜਾਇਦਾਦ ਪ੍ਰਾਪਤ ਕਰਕੇ ਨਾਗਰਿਕਤਾ। ਨੈਕਸਟ ਹੈ ਨਾਗਰਿਕਤਾ ਪ੍ਰਾਪਤੀ ਲਈ ਹਦਾਇਤਾਂ ਤੈਅ ਕਰਨ ਵਾਲਾ ਕਾਨੂੰਨੀ ਅਧਿਕਾਰ ਕਿਹੜਾ ਹੈ? ਤਾਂ ਇਹਦੇ ਵਿੱਚ ਸਾਡਾ ਜੋ ਸਹੀ ਆਨਸਰ ਹੈ ਉਹ ਹੈ ਸੈਕਿੰਡ ਕਿ ਸੰਸਦ। ਅਗਲਾ ਕੁਸ਼ਚਨ ਹੈ ਕਿ ਕਿਸੇ ਵਿਅਕਤੀ ਲਈ ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਲਈ ਅਰਜ਼ੀ ਦੇਣ ਤੋਂ ਪਹਿਲਾਂ ਘੱਟੋ ਘੱਟ ਕਿੰਨੇ ਸਮੇਂ ਦਾ ਨਿਵਾਸ ਜ਼ਰੂਰੀ ਹੈ? ਜੇਕਰ ਅਸੀਂ ਨਾਗਰਿਕਤਾ ਪ੍ਰਾਪਤ ਕਰਨੀ ਹੈ ਤਾਂ ਸਾਡਾ ਨਿਵਾਸ ਆ ਜਿਹੜਾ ਉਹ ਜ਼ਰੂਰੀ ਹੈ 5 ਸਾਲ ਲਈ। ਨੈਕਸਟ ਕੁਸ਼ਚਨ ਹੈ ਜੀ ਕਿ ਸੰਵਿਧਾਨ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਮੌਲਿਕ ਅਧਿਕਾਰ 'ਤੇ ਸਭ ਤੋਂ ਜ਼ਿਆਦਾ ਕਾਨੂੰਨਬਾਜ਼ੀ ਹੋਈ ਹੈ ਕਿਹੜੇ 'ਤੇ ਹੋਈ ਹੈ? ਉਹ ਹੋਈ ਹੈ ਜਾਇਦਾਦ ਦੇ ਅਧਿਕਾਰ 'ਤੇ, ਕਿਉਂਕਿ ਹੁਣ ਇਹ ਕਾਨੂੰਨੀ ਅਧਿਕਾਰ ਬਣ ਚੁੱਕਿਆ। ਨੈਕਸਟ ਹੈ ਜਾਇਦਾਦ ਦੇ ਅਧਿਕਾਰ ਨੂੰ ਕਿਹੜੀ ਸੋਧ ਦੁਆਰਾ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚੋਂ ਕੱਢ ਦਿੱਤਾ ਗਿਆ? ਤਾਂ ਇਹਨੂੰ ਕੱਢ ਦਿੱਤਾ ਗਿਆ ਸੀ 44ਵੀਂ ਸੋਧ ਦੁਆਰਾ। ਨੈਕਸਟ ਹੇਠ ਲਿਖਿਆਂ ਵਿੱਚੋਂ ਕਿਹੜੇ ਮੌਲਿਕ ਅਧਿਕਾਰ ਨੂੰ ਡਾਕਟਰ BR ਅੰਬੇਦਕਰ ਨੇ ਸੰਵਿਧਾਨ ਦੀ ਦਿਲ ਅਤੇ ਆਤਮਾ ਦੱਸਿਆ? ਤਾਂ ਉਹ ਦੱਸਿਆ ਸੀ ਜੀ ਸੰਵਿਧਾਨਾਂ ਦੀ ਸਰਵਉੱਚਤਾ, ਜਾਣੀ ਕਿ ਪ੍ਰਤਿਕਾਰਕਾ ਕਹਿ ਸਕਦੇ ਹਾਂ ਵੀ ਸੰਵਿਧਾਨ ਆ ਜਿਹੜਾ ਸਰਵਉੱਚ ਉਸ ਤੋਂ ਵੱਧ ਕੇ ਕੁਛ ਵੀ ਨਹੀਂ ਆ। ਨੈਕਸਟ ਹੈ ਜਾਇਦਾਦ ਦਾ ਅਧਿਕਾਰ ਇਸ ਸਮੇਂ ਹੈ? ਤਾਂ ਉਹ ਹੈ ਇੱਕ ਕਾਨੂੰਨੀ ਅਧਿਕਾਰ। ਨੈਕਸਟ ਹੈ ਇੱਕ ਵਿਅਕਤੀ ਆਪਣੇ ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਕਿਸ ਧਾਰਾ ਦੇ ਅਧੀਨ ਸਿੱਧਾ ਸਰਵਉੱਚ ਅਦਾਲਤ ਦਾ ਦਰਵਾਜ਼ਾ ਖੜਕਾ ਸਕਦਾ ਹੈ? ਤਾਂ ਉਹ ਹੈ ਜੀ ਧਾਰਾ 32 ਦੇ ਅਨੁਸਾਰ। ਅਗਲਾ ਕੁਸ਼ਚਨ ਹੈ ਸਾਡਾ ਕਿ ਕਿਸੇ ਨਾਗਰਿਕ ਦੇ ਮੌਲਿਕ ਅਧਿਕਾਰਾਂ 'ਤੇ ਰੋਕ ਲਗਾਈ ਜਾ ਸਕਦੀ ਹੈ ਰਾਸ਼ਟਰਪਤੀ ਦੁਆਰਾ ਰਾਸ਼ਟਰੀ ਸੰਕਟਾਂ ਕਾਲ ਦੇ ਦੌਰਾਨ। ਅਗਲਾ ਕੁਸ਼ਚਨ ਹੈ ਜੀ ਮੌਲਿਕ ਅਧਿਕਾਰਾਂ ਦੀ ਪਾਲਣਾ ਲਈ ਅਦਾਲਤਾਂ ਜਾਰੀ ਕਰ ਸਕਦੀਆਂ ਹਨ? ਤਾਂ ਉਹ ਹੁਕਮਨਾਮਾ ਜਾਰੀ ਕਰ ਸਕਦੀਆਂ ਹਨ। ਨੈਕਸਟ ਹੈ ਜਾਇਦਾਦ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚੋਂ ਕਿਸ ਦੇ ਕਾਰਜਕਾਲ ਦੌਰਾਨ ਕੱਢ ਦਿੱਤਾ ਗਿਆ? ਤਾਂ ਇਹ ਮੋਸਟ ਇੰਪੋਰਟੈਂਟ ਆ ਜੀ, ਉਹ ਕੱਢ ਦਿੱਤਾ ਗਿਆ ਸੀਗਾ ਮੁਰਾਰਜੀ ਦੇਸਾਈ ਦੇ ਕਾਰਜਕਾਲ ਦੇ ਦੌਰਾਨ। ਨੈਕਸਟ ਹੈ ਵਿਅਕਤੀਗਤ ਸੁਤੰਤਰਤਾ ਦੇ ਅਧਿਕਾਰ ਦੀ ਪ੍ਰਾਪਤੀ ਲਈ ਇੱਕ ਨਾਗਰਿਕ ਕਿੱਥੋਂ ਤੱਕ ਸਿਫਾਰਿਸ਼ ਕਰ ਸਕਦਾ ਹੈ? ਤਾਂ ਉਹ ਕਰ ਸਕਦਾ ਹੈ ਉੱਚ ਅਦਾਲਤ ਅਤੇ ਸਰਵਉੱਚ ਅਦਾਲਤ ਦੋਵਾਂ ਦੇ ਵਿੱਚ। ਨੈਕਸਟ ਹੈ ਮੌਲਿਕ ਅਧਿਕਾਰਾਂ ਦੀ ਪਾਲਣਾ ਲਈ ਹੁਕਮਨਾਮੇ ਜਾਰੀ ਕੀਤੇ ਜਾ ਸਕਦੇ ਹਨ? ਤਾਂ ਉਹ ਜਾਰੀ ਕੀਤੇ ਜਾ ਸਕਦੇ ਹਨ ਜੀ ਸਰਵਉੱਚ ਅਦਾਲਤ ਦੁਆਰਾ। ਹੇਠ ਲਿਖਿਆਂ ਵਿੱਚੋਂ ਕੌਣ ਸੰਵਿਧਾਨ ਦੁਆਰਾ ਦਿੱਤੇ ਗਏ ਮੌਲਿਕ ਅਧਿਕਾਰਾਂ ਨੂੰ ਤਬਦੀਲ ਕਰ ਸਕਦਾ ਹੈ? ਮੌਲਿਕ ਅਧਿਕਾਰਾਂ ਨੂੰ ਤਬਦੀਲ ਕਰਨ ਦੀ ਸ਼ਕਤੀ ਜਿਹੜੀ ਉਹ ਸੰਸਦ ਕੋਲ ਹੈ। ਨੈਕਸਟ ਕੁਸ਼ਚਨ ਹੈ ਮੌਲਿਕ ਅਧਿਕਾਰਾਂ ਦਾ ਮੁੱਖ ਮੰਤਵ ਹੈ? ਤਾਂ ਇਹਦੇ ਵਿੱਚ ਰਾਈਟ ਆਨਸਰ ਹੈ ਜੀ ਉਹ ਹੈ ਵਿਅਕਤੀਗਤ ਸੁਤੰਤਰਤਾ ਨੂੰ ਯਕੀਨੀ ਬਣਾਉਣਾ। ਅਗਲਾ ਹੈ ਹੇਠ ਲਿਖਿਆਂ ਵਿੱਚੋਂ ਕਿਹੜੇ ਅਦਾਲਤੀ ਹੁਕਮਨਾਮੇ ਦਾ ਸਾਹਿਤਕ ਅਰਥ ਯੂ ਮੇ ਹੈਵ ਦਾ ਬੋਡੀ ਹੈ? ਤਾਂ ਉਹ ਹੈ ਜੀ ਹੈਬੀਅਸ ਕਾਰਪਸ ਦਾ। ਹੇਠ ਲਿਖਿਆਂ ਵਿੱਚੋਂ ਕਿਹੜੇ ਅਦਾਲਤੀ ਹੁਕਮਨਾਮੇ ਦਾ ਸਾਹਿਤਕ ਅਰਥ ਵਾਟ ਇਜ਼ ਯੂਅਰ ਅਥਾਰਟੀ ਹੈ? ਤਾਂ ਉਹ ਹੈ ਕੋਵਰੰਟ ਦਾ। ਨੈਕਸਟ ਹੈ ਭਾਰਤੀ ਨਾਗਰਿਕਾਂ ਦੇ ਮੌਲਿਕ ਕਰਤੱਵ ਸਨ ਡੈਸ਼ ਵਿੱਚ ਸੰਵਿਧਾਨ ਵਿੱਚ ਸ਼ਾਮਿਲ ਕੀਤੇ ਗਏ? ਤਾਂ ਉਹ ਕੀਤੇ ਗਏ ਸੀ ਜੀ 1976 ਵਿੱਚ। ਅਗਲਾ ਕੁਸ਼ਚਨ ਹੈ ਸਾਡਾ ਮੌਲਿਕ ਅਧਿਕਾਰਾਂ ਦੇ ਪਿੱਛੇ ਮੁੱਖ ਸਵੀਕ੍ਰਿਤੀ ਕਿਹੜੀ ਹੈ? ਜੋ ਮੁੱਖ ਸਵੀਕ੍ਰਿਤੀ ਹੈ ਉਹ ਹੈ ਕਾਨੂੰਨੀ। ਨੈਕਸਟ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਕਲਿਆਣਕਾਰੀ ਰਾਜ ਦੀ ਧਾਰਨਾ ਨੂੰ ਖੁੱਲ੍ਹ ਕੇ ਦਰਸਾਇਆ ਗਿਆ ਹੈ? ਤਾਂ ਉਹ ਦਰਸਾਇਆ ਗਿਆ ਹੈ ਜੀ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ। ਅਗਲਾ ਕੁਸ਼ਚਨ ਹੈ ਸਾਡਾ ਕਿ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਅਧੀਨ ਰਾਜ ਤੋਂ ਕਿੰਨੀ ਉਮਰ ਤੱਕ ਦੇ ਬੱਚਿਆਂ ਲਈ ਮੁਫਤ ਅਤੇ ਜ਼ਰੂਰੀ ਸਿੱਖਿਆ ਮੁਹੱਈਆ ਕਰਵਾਉਣ ਦੀ ਆਸ ਹੈ ਜਿਹੜੀ ਕੀਤੀ ਗਈ ਹੈ? ਤਾਂ ਇਹ ਕੀਤੀ ਗਈ ਹੈ 14 ਸਾਲ ਤੱਕ ਦੇ ਬੱਚਿਆਂ ਦੇ ਲਈ।
ਨੈਕਸਟ ਹੈ ਜੀ, ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਕੋਸ਼ਿਸ਼ ਕਰਦੇ ਹਨ ਸੰਵਿਧਾਨ ਨੂੰ ਸਮਾਜਿਕ ਪਰਿਵਰਤਨ ਦਾ ਇੱਕ ਸਾਧਨ ਬਣਾਉਣ ਦੀ। ਨੈਕਸਟ ਹੈ, ਸਮਾਜਿਕ ਅਤੇ ਰਾਜਨੀਤਿਕ ਜੀਵਨ 11 ਜੀਵਨ ਦੀ ਕਿਤਾਬ ਕਿਸ ਮੁਲਾਂਕਣ ਨਾਲ ਸੰਬੰਧਿਤ ਹੈ? ਤਾਂ ਉਹ ਹੈ ਜੀ ਖੁਦ ਦੀ ਕਿਤਾਬ ਅਭਿਆਸ ਨਾਲ। ਨੈਕਸਟ ਹੈ ਜੀ, ਪ੍ਰਤੀਨਿਧ ਲੋਕਤੰਤਰ ਦਾ ਮੁੱਢਲਾ ਵਿਚਾਰ ਕੀ ਹੈ? ਤਾਂ ਪ੍ਰਤੀਨਿਧ ਲੋਕਤੰਤਰ ਹੈ ਜੋ ਉਸਦਾ ਮੁੱਢਲਾ ਵਿਚਾਰ ਹੈ, ਲੋਕਾਂ ਨੂੰ ਆਪਣੇ ਆਪ ਵਿੱਚ ਇਹ ਫੈਸਲਾ ਲੈਣਾ ਚਾਹੀਦਾ ਹੈ ਕਿ ਸੁਤੰਤਰ ਅਤੇ ਸਹੀ ਚੋਣਾਂ ਵਿੱਚ ਉਹਨਾਂ ਦਾ ਪ੍ਰਤੀਨਿਧ ਹੋਵੇ। ਅਗਲਾ ਹੈ ਪਬਲਿਕ ਨਿਵੇਸ਼ ਲਿਟੀਗੇਸ਼ਨ PIL ਹੈਜ਼। ਤਾਂ ਇਹਦੇ ਵਿੱਚ ਜੋ ਇਹਦੀ ਫੁੱਲ ਫਾਰਮ ਆਵੇਗੀ ਉਹ ਹੈ ਨਿਆਂ ਦੀ ਵੱਧ ਪਹੁੰਚ। ਪਬਲਿਕ ਨਿਵੇਸ਼ ਲਿਟੀਗੇਸ਼ਨ ਦਾ ਮਤਲਬ ਇਹ ਹੈ ਇੱਥੇ। ਨੈਕਸਟ ਹੈ ਜੀ ਸਾਡਾ ਲੋਕਤੰਤਰ ਸਰਕਾਰ ਕਹੀ ਜਾਂਦੀ ਹੈ, ਕਿਹਦੀ ਸਰਕਾਰ ਕਹੀ ਜਾਂਦੀ ਹੈ? ਤਾਂ ਉਹ ਕਹੀ ਜਾਂਦੀ ਹੈ ਪ੍ਰਤੀਨਿਧੀ ਲੋਕਤੰਤਰ। ਨੈਕਸਟ ਰਾਜ ਸਭਾ ਦਾ ਸਭਾਪਤੀ ਕੌਣ ਹੈ? ਤਾਂ ਉਹ ਹੈਗੇ ਨੇ ਜੀ ਉਪ ਰਾਸ਼ਟਰਪਤੀ। ਨੈਕਸਟ ਭਾਰਤ ਵਿੱਚ ਸੰਘ ਫੋਰਸ ਦਾ ਸੁਪਰੀਮ ਕਮਾਂਡਰ ਹੁੰਦਾ ਹੈ, ਤਾਂ ਉਹ ਹੈ ਜੀ ਰਾਸ਼ਟਰਪਤੀ। ਰਾਜ ਸਭਾ ਦੇ ਕਿੰਨੇ ਮੈਂਬਰਾਂ ਨੂੰ ਰਾਸ਼ਟਰਪਤੀ ਨੋਮੀਨੇਟ ਕਰਦਾ ਹੈ? ਉਹ 12 ਮੈਂਬਰਾਂ ਨੂੰ ਨੋਮੀਨੇਟ ਕਰਦਾ ਹੈ ਜੋ ਸਾਹਿਤ ਕਲਾ ਵਗੈਰਾ ਦੇ ਖੇਤਰ ਦੇ ਵਿੱਚ ਪ੍ਰਸਿੱਧੀ ਹਾਸਲ ਕਰ ਚੁੱਕੇ ਹੋਣ। ਅਗਲਾ ਹੈ ਜੀ 44ਵੇਂ ਸ਼ੋਧਨ ਤੋਂ ਬਾਅਦ ਮੁੱਢਲੇ ਅਧਿਕਾਰਾਂ ਦੀ ਸੰਖਿਆ ਹੁਣ ਕਿੰਨੀ ਹੋ ਗਈ ਹੈ? ਤਾਂ ਉਹ ਹੋ ਗਈ ਨੇ 6। ਭਾਰਤੀ ਸੰਵਿਧਾਨ ਦੇ ਵਿੱਚ ਰੈਜ਼ੀਡਿਊਰੀ ਪਾਵਰਸ ਦਿੰਦਾ ਹੈ। ਰੈਜ਼ੀਡਿਊਰੀ ਪਾਵਰਸ ਆ ਜਿਹੜੀਆਂ ਉਹ ਸਾਨੂੰ ਕੌਣ ਦਿੰਦਾ ਹੈ? ਤਾਂ ਉਹ ਕੇਂਦਰ ਅਤੇ ਰਾਜ ਸਰਕਾਰਾਂ ਨੂੰ, ਕੇਂਦਰੀ ਸਰਕਾਰ ਨੂੰ ਰੈਜ਼ੀਡਿਊਰੀ ਪਾਵਰ ਆ ਜਿਹੜੀਆਂ ਬਚੀਆਂ ਖੁਚੀਆਂ ਸ਼ਕਤੀਆਂ ਆਪਾਂ ਕਹਿ ਸਕਦੇ ਹਾਂ, ਉਹ ਕੇਂਦਰ ਸਰਕਾਰ ਨੂੰ ਦਿੱਤੀਆਂ ਗਈਆਂ ਨੇ। ਨੈਕਸਟ ਹੈ ਕਿ ਸੰਘ ਸੂਚੀ ਦੇ ਵਿੱਚ ਕਿੰਨੇ ਵਿਸ਼ੇ ਸ਼ਾਮਿਲ ਆ? ਅਤੇ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ, ਇਹਦੇ ਵਿੱਚ ਆਵੇਗਾ ਕਿ 66 ਵਿਸ਼ੇ ਨੇ ਜਿਹੜੇ ਸੰਘ ਸੂਚੀ ਦੇ ਵਿੱਚ 99 ਵਿਸ਼ੇ ਸ਼ਾਮਿਲ ਨੇ। ਰਾਜ ਸੂਚੀ ਦੇ ਵਿੱਚ ਆਪਣਾ 66 ਵਿਸ਼ੇ ਸ਼ਾਮਿਲ ਨੇ। ਅਤੇ ਜਿਹੜੀ ਸੰਵਰਤੀ ਸੂਚੀ ਹੈਗੀ ਤਾਂ ਇਹਦੇ ਵਿੱਚ ਸ਼ਾਮਿਲ ਨੇ ਸਾਡੇ 52 ਵਿਸ਼ੇ। ਹੇਠ ਲਿਖਿਆਂ ਵਿੱਚੋਂ ਕਿਹੜਾ ਲੋਕਤੰਤਰਿਕ ਸਰਕਾਰ ਦਾ ਮੁੱਖ ਤੱਤ ਨਹੀਂ ਹੈ? ਜੋ ਲੋਕਤੰਤਰਿਕ ਸਰਕਾਰ ਦਾ ਮੁੱਖ ਤੱਤ ਨਹੀਂ ਹੈ ਉਹ ਹੈ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਰਨਾ। ਨੈਕਸਟ ਹੈ ਹੇਠ ਲਿਖੇ ਕਿਹੜੇ ਦੇਸ਼ਾਂ ਦੇ ਵਿੱਚੋਂ ਰਾਜ ਦੇ ਪ੍ਰਧਾਨ ਨੂੰ ਰਾਸ਼ਟਰਪਤੀ ਨਹੀਂ ਕਹਿੰਦੇ? ਕਿਹੜੇ ਦੇਸ਼ ਦੇ ਵਿੱਚ ਨਹੀਂ ਕਹਿੰਦੇ? ਤਾਂ ਉਹ ਹੈ ਜੀ 3rd ਜਰਮਨੀ ਦੇ ਵਿੱਚ। ਸਿੱਖਿਆ ਦਾ ਅਧਿਕਾਰ ਆਰਟੀਕਲ 21 ਦੇ ਅਧੀਨ ਮੁੱਢਲਾ ਅਧਿਕਾਰ ਹੈ, ਜੀਵਨ ਦੇ ਅਧਿਕਾਰ ਨਾਲ ਸੰਬੰਧਿਤ ਹੈ ਕਿਉਂਕਿ ਸਿੱਖਿਆ ਵਧੀਆ ਜੀਵਨ ਦੇ ਵਿੱਚ ਮਦਦ ਕਰਦੀ ਹੈ। ਅਗਲਾ ਹੈ ਕੇਂਦਰ ਸਰਕਾਰ ਰਾਜ ਸਰਕਾਰਾਂ ਨੂੰ ਸੁਨਿਸ਼ਚਿਤ ਨਿਧੀ ਤੋਂ ਮਦਦ ਲਈ ਗ੍ਰਾਂਟਾਂ ਡੈਸ਼ ਦੀ ਸਿਫਾਰਸ਼ 'ਤੇ ਦਿੰਦੀ ਹੈ, ਤਾਂ ਉਹ ਦਿੰਦੀ ਹੈ ਜੀ ਵਿੱਤ ਆਯੋਗ ਦੀ ਸਿਫਾਰਸ਼ 'ਤੇ। ਨੈਕਸਟ ਸੰਵਿਧਾਨ ਵਿੱਚ ਵਰਤਿਆ ਗਿਆ ਕਥਨ ਰਾਜਾਂ ਦਾ ਸੰਘ ਡੈਸ਼ ਦੇ ਸੰਵਿਧਾਨ ਤੋਂ ਲਿਆ ਗਿਆ। ਤਾਂ ਸੰਘੀ ਸਿਸਟਮ ਆ ਸਾਡਾ ਜਿਹੜਾ ਉਹ ਕਿੱਥੋਂ ਲਿਆ ਗਿਆ? ਕੈਨੇਡਾ ਦੇ ਸੰਵਿਧਾਨ ਤੋਂ ਲਿਆ ਗਿਆ। ਨੈਕਸਟ ਹੇਠ ਲਿਖਿਆਂ ਵਿੱਚੋਂ ਕਿਹੜਾ ਸੰਵਰਤੀ ਸੂਚੀ ਵਿੱਚ ਸ਼ਾਮਿਲ ਹੈ? ਤਾਂ ਉਹ ਹੈ ਜੀ ਫਸਟ ਜਨਸੰਖਿਆ ਨਿਯੰਤਰਣ ਅਤੇ ਪਰਿਵਾਰ ਨਿਯੋਜਨ। ਅਗਲਾ ਹੈ ਸਿੱਖਿਆ ਜੋ ਕਿ ਮੁੱਢਲੇ ਤੌਰ 'ਤੇ ਰਾਜ ਦਾ ਵਿਸ਼ਾ ਸੀ, ਬਾਅਦ ਵਿੱਚ ਡੈਸ਼ ਦੁਆਰਾ ਸੰਵਰਤੀ ਸੂਚੀ ਵਿੱਚ ਬਦਲ ਦਿੱਤੀ ਗਈ 42ਵੀਂ ਸੋਧ ਦੁਆਰਾ। ਨੈਕਸਟ ਕੁਐਸਚਨ ਹੈ ਸਾਡਾ 43 ਨੰਬਰ। ਇੱਥੇ ਸ਼ੋ ਨਹੀਂ ਹੁੰਦਾ, ਮੈਂ ਤੁਹਾਨੂੰ ਵੈਸੇ ਹੀ ਦੱਸ ਦਿੰਦੀ ਹੈਗੀ। 43 ਨੰਬਰ ਕੁਐਸਚਨ ਦੇ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਮੌਲਿਕ ਅਧਿਕਾਰ ਨਹੀਂ ਹੈ? ਅਤੇ ਇਹਦੇ ਵਿੱਚ ਅਸੀਂ ਇਹ ਦੱਸਣਾ ਜੋ ਮੌਲਿਕ ਅਧਿਕਾਰ ਨਹੀਂ ਹੈ ਤਾਂ ਉਹ ਹੈ ਫਸਟ ਹੜਤਾਲ ਦਾ ਅਧਿਕਾਰ ਆ ਜਿਹੜਾ ਉਹ ਮੌਲਿਕ ਅਧਿਕਾਰ ਨਹੀਂ ਹੈ। ਅਗਲਾ ਹੈ ਜੀ ਭਾਰਤੀ ਨਾਗਰਿਕਾਂ ਦੇ ਮੌਲਿਕ ਅਧਿਕਾਰ। ਤਾਂ ਇਹਦੇ ਵਿੱਚ ਜੋ ਸਾਡਾ ਰਾਈਟ ਆਨਸਰ ਹੈ ਉਹ ਹੈ ਮੁੱਢਲੇ ਸੰਵਿਧਾਨ ਵਿੱਚ ਸ਼ਾਮਿਲ ਕੀਤੇ ਗਏ ਹਨ। ਨੈਕਸਟ ਜਾਇਦਾਦ ਦਾ ਅਧਿਕਾਰ ਇਸ ਸਮੇਂ ਹੈ, ਉਹ ਹੈ ਕਾਨੂੰਨੀ ਅਧਿਕਾਰ। ਨੈਕਸਟ ਲੋਕਤੰਤਰ ਦੇ ਪ੍ਰਕਾਰ ਦਾ ਹੁੰਦਾ ਹੈ ਪ੍ਰਤੱਖ ਅਤੇ ਅਪ੍ਰਤੱਖ।
तो ये मुख्य प्रतੱਖ लोकतंत्रक उपकरण है जोड़ा की है, मोस्ट इंपोर्टेंट है, आया भी होया है, तो वह है लोकमत। अगला है बलवंत राय मेहता कमेटी काहदे नाल संबंधित सी, मोस्ट इंपोर्टेंट है जी, वो पंचायती राज नाल संबंधित सी। अगला क्वेश्चन है इन्हां विचों किहड़े वक् वोट पाउण दे विहार नूं प्रभावित नहीं करते, जो नहीं करते उन्हें जातियां। नैक्सट है जी भारत का सर्व सत्ताधारी देश है, क्योंकि हेठ लिखियां विचों सही उत्तर चुनना सी। तो ये इत्थों के प्रतिनिधि लोगों के लिए कानून बनाते हैं, इसलिए वो सर्व सत्ताधारी आ। अगला है हेठ लिखियां विचों किस नूं लोकतंत्रिक सरकार दीयां विशेषतावां कहते हैं, तो किस नूं कहते हैं जी, लोगों द्वारा चुनी हुई सरकार जो लोगों लिए फैसले लैंदी है। नैक्सट है कदरां कीमतां अनेकता के पक्ष विच नहीं होंदियां, किहड़ियां नहीं होंदियां, उन्हें फोर धर्म दूजे धर्मां दे लई आदर भाव ना रखना। सो अज लई सिर्फ इन्ना ही। जेकर तुहानूं साडी वीडियो पसंद आई तो वीडियो नूं वध तों वध शेयर कर दो, लाइक कर दो। जेकर कोई चीज़ समझ नहीं आउंदी कमेंट करके पूछ लिया करो। थैंक यू।